हाँ रिजवान किधर हाँ जी। का रहने वाला है? मैं सर डेरे जा रहा है कदों ही सी शादी? 2014 जो ही सर। 2014 ਚ? हाँ जी ਕੀ ਰਿਸ਼ਤੇਦਾਰ ਹੋ? हाँ जी मेरी फुफ्फो की बेटी है। ਫਾਇਰਿੰਗ ਕਿਉਂ ਕੀਤੀ ਆਪਣੀ ਸਾਬਕਾ ਬੀਵੀ ਤੇ, ਉਹਨੂੰ ਜ਼ਖਮੀ ਕੀਤਾ? ਸਰ ਉਸ ਤੋਂ ਪਹਿਲੇ ਉਹ ਕਾਸਮ ਅਰੇਂਜ ਕੀਤਾ ਸੀ, ਉਸ ਤੋਂ ਬਾਅਦ ਉਹ ਆ ਗਈ ਸੀ, ਸੁਲ੍ਹਾ ਹੋ ਗਈ ਸੀ ਸਾਡੀ। ਉਸ ਤੋਂ ਬਾਅਦ ਸਰ ਇਹ ਆਣ ਕੇ ਆਪਣੀ ਮਰਜ਼ੀ ਨਾਲ ਗਈ ਸੀ ਕੁੜੀ? ਨਹੀਂ ਸਾਰੇ ਲੈ ਗਿਆ ਇਹ। ਕਿਹਦੇ ਤੇ, ਗਨ ਪੁਆਇੰਟ ਤੇ ਲੈ ਕੇ ਗਿਆ ਸੀ? ਹਾਂਜੀ ਸਰ। ਤੇ ਬਿਆਨ ਤੇ ਨਹੀਂ ਦਿੱਤੇ ਉਹਨੇ? ਨਹੀਂ ਸਰ। ਬਿਆਨ ਕੀ ਦਿੱਤੇ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਚਲੀ ਗਈ ਸੀ? ਹਾਂਜੀ ਸਰ 64 ਦੇ ਬਿਆਨ ਦਿੱਤੇ ਉਹਨੇ। ਹਾਂ ਉਹ ਤੇ ਜੱਜ ਉਹਨਾਂ ਦੇ ਨੇ- ਸਾਹਮਣੇ ਦੇਈ ਦੇ ਨਾ 164 ਦੇ ਬਿਆਨ। ਸਾਰੇ ਨਹੀਂ ਮੈਨੂੰ ਪਤਾ। ਹਾਂ ਜੱਜ ਦੇ ਸਾਹਮਣੇ ਦੇ ਦੇ। ਨਹੀਂ ਉਸ ਐਫ ਆਈ ਆਰ ਨਹੀਂ ਕਰਾਈ ਲੜਕੀ ਦੇ ਅਗਵਾ ਦੀ? ਹਾਂਜੀ ਸਰ ਕਿਹਦੀ FIR ਮਦਈਅਤ ਕਰਾਈ ਹੋਈ? ਸੀ, ਉਹ ਕਾਸਮ ਦੇ ਖਿਲਾਫ ਕਰਵਾਈ ਸੀ। ਕਿੰਨੇ FIR ਕਰਾਈ ਸੀ ਐਫ ਆਈ ਆਰ? ਸਰ ਮੈਂ ਹੀ ਮਦਈ ਸਾਂ ਉਸ ਕੇਸ ਦਾ। ਸਹੀ ਹੈ। ਫਿਰ? ਸਰ ਉਸ ਤੋਂ ਬਾਅਦ ਮੈਂ ਤਲਾਕ ਦੇ ਦਿੱਤੀ ਸੀ। ਨਹੀਂ ਉਸ ਤੋਂ ਬਾਅਦ ਕੁੜੀ ਆ ਗਈ? ਹਾਂਜੀ ਫਿਰ ਉਸ ਤੋਂ ਬਾਅਦ ਸੁਲ੍ਹਾ ਹੋ ਗਈ ਸਾਡੀ। ਸੁਲ੍ਹਾ ਕਿਹਦੇ ਨਾਲ ਹੋਈ? ਕੁੜੀ ਆ ਗਈ, ਉਸ ਤੋਂ ਬਾਅਦ ਸੁਲ੍ਹਾ ਹੋ ਗਈ। ਕਿਹਦੇ ਨਾਲ? ਕੁੜੀ ਵਾਲਿਆਂ ਨਾਲ ਹੋਈ ਹਾਂਜੀ ਸੁਲ੍ਹਾ? ਸਰ। ਅੱਛਾ ਫਿਰ? ਫੁੱਫੋ ਦੀ ਬੇਟੀ ਸੁਲ੍ਹਾ ਹੋ ਗਈ, ਫਿਰ ਉਹ ਆ ਗਈ ਸਰ। ਫਿਰ? ਤੇ ਉਸ ਤੋਂ ਬਾਅਦ ਸਰ ਰਹਿੰਦੇ ਰਹੇ। ਹੂੰ। ਤੇ ਉਸ ਤੋਂ ਬਾਅਦ ਕਾਸਮ ਦੀ ਭੈਣ ਦਾ ਘਰ ਕੋਲ ਸੀ, ਉੱਥੇ ਆਂਦਾ ਸੀ। ਭੈਣ ਦਾ ਘਰ ਹੈਗਾ ਸੀ ਅੱਛਾ। ਸਾਡੇ ਘਰ ਦੇ ਕੋਲ, ਉੱਥੇ ਆਣ ਕੇ ਖਲੋਂਦਾ ਖਲਾਂਦਾ ਸੀ। ਸਹੀ। ਫਿਰ ਸਰ ਉਹਦੀ ਵਜ੍ਹਾ ਤੋਂ ਮੈਂ ਕੁੜੀ ਨੂੰ ਫੈਰ ਮਾਰੇ। ਕੁੜੀ ਨੂੰ ਫੈਰ ਮਾਰੇ? ਹਾਂਜੀ, ਕੁੜੀ ਕੁੜੀ ਦਾ ਨੂੰ। ਕੀ ਕਸੂਰ ਹੈ ਤੇਰੇ ਬਕੌਲ ਤੇ? ਉਹ ਤੇ ਕਾਸਮ ਤੰਗ ਕਰਦਾ ਸੀ ਤੇ ਕੁੜੀ ਨੂੰ ਕਿਉਂ ਫਾਇਰ ਮਾਰਤੇ? ਉਹਦੀ ਵਜ੍ਹਾ ਤੋਂ ਸਰ ਮੈਂ ਕੁੜੀ ਨੂੰ ਫੈਰ ਮਾਰਤੇ। ਫਿਰ ਕਿਉਂ? ਉਸ ਤੋਂ ਬਾਅਦ ਮੈਂ ਤਲਾਕ ਦੇ ਦਿੱਤੀ। ਤਲਾਕ ਉਸ ਤੋਂ ਕਿਉਂ ਬਾਅਦ ਦਿੱਤੀ? ਸਰ ਮੇਰਾ ਕੋਈ ਇਹਦੇ ਵਿੱਚ ਕੋਈ ਨਹੀਂ ਹੈਗਾ, ਨਾ ਹੀ ਮੈਂ ਕਦੀ ਉਸ ਤੋਂ ਬਾਅਦ ਇਸ ਪਾਸੇ ਗਿਆ। ਤਲਾਕ ਕਿਉਂ ਦਿੱਤੀ? ਇਸ ਵਜ੍ਹਾ ਤੇ ਸਰ ਤਲਾਕ ਦੇ ਦਿੱਤੀ ਸੀ। ਕੁੜੀ ਦੀ ਇਨਵੋਲਵਮੈਂਟ ਵੀ ਸੀ ਕਾਸਮ ਨਾਲ? ਨਹੀਂ ਸਰ ਹਾਂ ਹੁੰਦੀ ਸੀ। ਤੇ ਫਿਰ ਉਹਨੂੰ ਗਲਤ ਸਜ਼ਾ ਦਿੱਤੀ ਤੂੰ ਕੁੜੀ ਨੂੰ? ਸਰ ਹੁੰਦੀ ਵੀ ਉਹਨੂੰ ਹੈ ਗੋਲੀਆਂ ਵੀ ਲੇਕਿਨ ਮਾਰਤੀਆਂ, ਫਿਰ ਉਹਨੂੰ ਤਲਾਕ ਵੀ ਦੇਤੀ। ਗਲਤ ਕੀਤਾ ਰੀ ਕੁੜੀ ਦੇ ਨਾਲ? ਸਰ ਉਹਦੀ ਉਹਦਾ- ਜ਼ਿੰਦਗੀ ਨਾਲ ਖੇਲਿਆ? ਸਰ ਉਹਦਾ ਵੀ ਗੁਨਾਹ ਹੈਗਾ ਸੀ, ਲੇਕਿਨ ਇਹਦਾ ਵੀ ਗੁਨਾਹ ਹੈ। ਅੱਛਾ ਦੋਨਾਂ ਦੀ ਮਰਜ਼ੀ ਸੀ? ਹਾਂਜੀ ਤੋਂ ਉਹਦਾ ਵੀ ਗੁਨਾਹ ਹੈ। ਉਹਦਾ ਵੀ ਗੁਨਾਹ ਸੀ। ਹਾਂ ਵੀ ਕੀ ਨਾਂ ਹੈ? ਗੁਲਾਮ ਦਸਤਗੀਰ। ਗੁਲਾਮ ਦਸਤਗੀਰ। ਹਾਂਜੀ। ਕੀ ਹੈ ਗੁਲਾਮ ਦਸਤਗੀਰ? ਕਿੰਜ ਪਲੈਨਿੰਗ ਕੀਤੀ, ਕਿੰਜ ਕਤਲ ਕੀਤਾ? ਪਲੈਨਿੰਗ ਸਰ ਜੀ ਮੈਂ ਹੋਟਲ ਤੇ ਹੈਗਾ, ਹੋਟਲ ਦਾ ਕੰਮ ਸੀ ਆਪਣਾ, ਉੱਥੇ ਹੋਈਦਾ ਸੀ ਹੋਟਲ ਤੇ ਹੀ। ਰਾਤ ਦਿਨ ਮੈਂ ਉੱਥੇ ਹੀ ਹੁੰਦਾ ਹਾਂ। ਹੋਟਲ ਤੇ ਸੁੱਤਾ ਸਾਂ ਤੇ ਇਹਨਾਂ ਇਰਫਾਨ ਉੱਥੇ 12:30 ਵਜੇ ਆਏ, ਮੱਛੀ ਮੁੱਛੀ ਖਾ ਕੇ ਚਲੇ ਗਏ। ਇਹਨਾਂ ਦੱਸਿਆ ਨੇ ਕਿ ਕਤਲ ਕਰਨਾ। ਤੇ ਸਰ ਜੀ ਉੱਥੇ ਚਲੇ ਗਏ ਨੇ ਤੇ ਤਕਰੀਬਨ ਮੈਂ ਉੱਥੇ ਸਫਾਈ ਕਰਕੇ ਕਲੋਜ਼ਿੰਗ ਕਰਕੇ ਦਿਹਾੜੀ ਧੂੜੀ ਦੇ ਕੇ ਬੰਦਿਆਂ ਨੂੰ ਸੌਂ ਗਿਆ। ਵਾਲ ਸਾਹਿਬ ਆਏ ਨੇ, ਗੱਡੀ ਤੇ ਆਏ ਨੇ, ਉਹ ਉੱਥੇ ਬੈਠੇ ਨੇ, ਉਹ ਰਕਮ ਗਿਣ ਰਹੇ ਨੇ। ਰਕਮ ਗਿਣ ਕੇ ਤੇ ਹੋਟਲ ਦੀ ਤਿਆਰੀ ਕਰਨ ਕੇ ਬੰਦ ਕਰਕੇ ਘਰ ਜਾਣਾ। ਵਾਲੇ ਸਾਹਿਬ ਨੇ ਰਕਮ ਗਿਣਦੇ ਪੈਣ। ਉਸ ਤੋਂ ਬਾਅਦ ਸਰ ਜੀ ਉਹ ਨਾ ਕੀ ਨਾਲੇ ਦੇ ਘਰ ਗਿਆ ਨੇ, ਭੱਜ ਕੇ ਗਏ ਨੇ। ਵਾਲਦਾ ਨੂੰ ਦੱਸਿਆ ਇਹਨਾਂ ਨੇ, ਇਰਫਾਨ ਫਾਦ ਭਾਈ ਨਾਲ ਇਰਫਾਨ ਨੇ ਦੱਸਿਆ ਜਾ ਕੇ ਵਾਲਦਾ ਨੂੰ, ਕਹਿੰਦੇ ਇਹਨਾਂ ਕਤਲ ਕਰ ਦਿੱਤਾ ਕਾਸਮ ਨੂੰ। ਉਹ ਫਿਰ ਫੋਨ ਕੀਤਾ ਇਹਨਾਂ ਨੇ, ਵਾਲਦਾ ਨੇ ਨੰਬਰ ਮੇਰੇ ਤੇ ਨੰਬਰ 'ਤੇ ਫੋਨ ਕੀਤਾ ਤੇ ਫਿਰ ਦੱਸਿਆ ਮੈਨੂੰ। ਉਸ ਤੋਂ ਸਰ ਜੀ ਫਿਰ ਅਸੀਂ ਭੱਜ ਗਏ। नाज़रीन केस पेचीदा है क्योंकि ये साबिक शौहर है जिसने अपनी ही बीवी को फायरिंग करके ज़ख्मी कर दिया था और इनका कहना है कि गैरत की वजह से कत्ल हुआ है। और ये वो लड़की का भाई है जिसका कहना है कि ये गैरत पर कत्ल किया गया है, लेकिन भाई को गैरत नहीं आई, चचा को गैरत आ गई। गुलाम दस्तगीर जो भाई है लड़की का और इकराम का बेटा है, उसका क्या किरदार है इसमें? इकराम जो गुलाम दस्तगीर है वो भी इसमें शामिल है। जब इसने प्लानिंग तैयार की है 12:30 बजे रात को अब्दुल्ला होटल में बैठ के लोगों ने खाना किया है। जो इनका अपना होटल है उधर इकराम और गोगा भी उधर मौजूद है, गुलाम दस्तगीर भी मौजूद है, अरफान है और फहद है। सब लोगों ने इधर बैठ के खाना खाया, फिश खाई है, बारबेक्यू खाया। फिर इसने गुलाम दस्तगीर ने और इकराम ने इनको इधर रवाना किया मोटरसाइकिल पर बैठा के। सही। ये इनका आपस में रब्ता था, हमने इसकी CDR रिपोर्ट भी ली है। इनके जो इकराम और गोगा की जो मिसेज है वो भी इनसे रब्ते में थी, बार बार इनको आपस में इनके फ़ोन पे रब्ते थे। जब मौके पे पहुँचे हैं उधर जाके भी इन लोगों ने आपस में रब्ता किया टेलीफोन पे कि हम उधर फलां जगह पे पहुँच गए हैं। तो ये कैसे मुमकिन हो सकता है कि इसको पता ना हो? इसकी हकीकी बहन है, हकीकी भाई को ज़्यादा दुख या हकीकी वालिद को ज़्यादा दुख होता है या चचा को ज़्यादा दुख होता है? नम जो लड़की है जो असल मुहर्रक है इनके लड़ाई की थी, उसको इसके मियाँ जो रिजवान है उसने फायर मारे, वो कुदरती बच गई। यही जब हमारा वही जब हम रिजवान से गुफ्तगू कर रहे थे, जो साबिक शौहर है इस लड़की का, उसका भी ये कहना था कि जी ये गैरत के नाम पर हुआ है और मैंने लड़की को जो है वो तलाक दे दी थी। उससे पहले उसने इसे फायरिंग करके भी जख्मी किया, वो लड़का कासिम ले गया था, उसके बकौल भी यही सारी बात है। लेकिन कासिम अगर इसमें था तो उसने अपनी बीवी को फायरिंग करके क्यों जख्मी किया?
इसके पीछे एक सवाल बनता है। और फिर उसके बाद उसे तलाक भी दे दी। उससे भी पूछा कि वो उसका तो कोई जुर्म ही नहीं था, तो फिर उसे क्यों सजा दी गई? तो फिर उसका ये कहना था कि दोनों बराबर के, मतलब इसका भी गुनाह था और उसका भी गुनाह था। इसमें कुछ इसके जो अकब पे जो मुहर्रक हैं वो कुछ यूँ है कि रिजवान की 2014 में शादी हुई थी अनम लड़की से। रिजवान को मालूम था कि ये मेरी जो बेगम है इसका कोई करैक्टर कुछ ठीक नहीं है। हम उस पर इल्ज़ाम तो नहीं लगाते, लेकिन मुलजमान के बकौल है कि उस लड़की का करैक्टर ठीक नहीं था। ठीक है, वो कासिम के साथ गई थी, महीने बाद वापस आ गई, उसने फिर सुलह हो गई, रिजवान ने इसको रख लिया और बगैर किसी वजह के फिर रिजवान ने 2-3 हफ्ते बाद उसको फायर मार दिए, जिसका मुद्दई भी जो हमारा मरकज़ी मुलज़म है इरफान, अच्छा वही बना 324 का मरकज़ी मुलज़म था, उस वक्त उसका मुद्दई बन गया। उसके बाद फिर उनकी सुलह हो जाती है। सुलह होने के बाद फिर जो रिजवान है उस अनम का जो शोहर था उसने उसको डिवोर्स दे दी। डिवोर्स देने के बाद 1 साल के बाद वो अनम की फिर शादी हो जाती है कोट लखपत के एरिए में। उसके मियाँ को अल्लाह जाने, हमने उसको नहीं इसमें उसका इंटरव्यू लिया या उसको शामिल तफ्तीश किया, उसने भी कुछ अर्से बाद उस लड़की को डिवोर्स दे दी। डिवोर्स होने के बाद लड़की फिर घर आ जाती है। ये जो फर्स्ट इसमें लड़की का इशू बना है वो 2014 का वाक़या है। अगर गैरत के नाम पे होता तो फिर 2014 में, 15 में, 16 में, साल बाद, 2 साल बाद, 3 साल बाद इसका मर्डर करते। ये इस वाक़े को 8 साल गुजर चुके हैं, 8.5 साल। 8 साल बाद गैरत इस तो आई जनाब किसी दूसरी जगह फिर शादी की इन्होंने घर गया ना। पहले शादी किथे सी ओदी? पहले शादी रिजवान नाल पिंड 'ਚ। अच्छा, किसी और दे नाल? रिजवान नाल? हाँ जी। अच्छा हाँ जी, ठीक है। फिर ਅਸੀਂ दूसरी जगह ਤੇ शादी की कोई अरसा पा गए। अच्छा हाँ जी, ਤੇ ਉੱਥੇ ਵੀ ਇਹਨੇ ਸਾਨੂੰ ਬੜਾ ਤੰਗ ਕੀਤਾ, ਜ਼ਲੀਲੋ ਖਵਾਰ ਕੀਤਾ ਇਹਨੇ ਮੁੰਡੇ ਨੇ। ਕੀ ਕਰਦਾ ਸੀ? ਉੱਥੇ ਜਾ ਕੇ ਘਰ ਦੇ ਕੋਲ ਤੇ ਇੱਥੇ ਵੀ ਆਣਾ, ਸਾਨੂੰ ਇਹਨੇ ਤੰਗ ਕਰਨਾ, ਅੱਛਾ ਕੁੜੀ ਨੂੰ ਵੀ ਤੰਗ ਕਰਨਾ। ਕੁੜੀ ਆਣ ਕੇ ਸਾਨੂੰ ਦੱਸਦੀ, ਅਸੀਂ ਸੋ ਚੁੱਪ ਕਰਕੇ ਸਿਰ ਸੁੱਟਿਆ ਸੀ। ਕੁਛ ਅਰਸਾ ਗੁਜ਼ਰਿਆ ਤੇ ਅਸੀਂ ਉੱਥੋਂ ਤਲਾਕ ਹੋ ਗਈ ਇਹਦੀ ਵਜ੍ਹਾ ਤੋਂ। ਉਹ ਪੁਲਿਸ 'ਚ ਹੀ ਮੁਲਾਜ਼ਮ ਸੀ? ਡਾਲਫਨ ਸਕੁਆਡ 'ਚ ਹੀ ਸੀ? ਨਹੀਂ ਪਹਿਲੇ ਨਹੀਂ ਸੀ ਹੈਗਾ, ਪਹਿਲੇ ਕਿਹਦੇ ਵਿੱਚ ਸੀ? ਪਹਿਲੇ ਵੈਸੇ ਸੀ। ਵੈਸੇ ਹੀ ਸੀ? हाँ जी, ਕਦੋਂ ਆਇਆ ਪੁਲਿਸ 'ਚ? 2017 ਚ। 2017 ਚ। ਲੇਕਿਨ 2016 मतलब 2014 ਚ ਹੈ ਤਨਾਜ਼ਾ ਤੇਰੇ ਮੁਤਾਬਕ ਸ਼ੁਰੂ ਹੋਇਆ हाँ जी, ਪਹਿਲੀ ਵਾਰੀ। हाँ जी। 2014 ਚ ਚਲੋ ਉਹ ਕੰਮ ਨਹੀਂ ਕਰਦਾ ਸੀ, ਉਹਦੇ ਘਰ ਜਾਇਆ ਜਾ ਸਕਦਾ ਸੀ, ਉਹਦੇ ਗਿਆ ਸੀ। ਵਾਲਿਦੈਨ ਨੂੰ ਦੱਸਿਆ ਜਾ ਸਕਦਾ ਸੀ ਸਾਨੂੰ ਤੰਗ ਕਰਦਾ। ਗਏ ਸੀ ਜਨਾਬ। ਗਏ ਸੀ? हाँ ਫਿਰ जी, ਕੀ ਹੋਇਆ? ਉਹਨੇ ਕੋਈ ਮੈਨੂੰ ਕਿਹਾ ਅਸੀਂ ਤੁਹਾਨੂੰ ਜ਼ਲੀਲ ਕਰਨਾ ਹੈਗਾ, ਤੁਸੀਂ ਰਿਸ਼ਤਾ ਲੈ ਲਓ। ਉਹਨੇ ਨਹੀਂ ਲਿਆ। ਫਿਰ ਅਸੀਂ ਰਿਜ਼ਵਾਨ ਦੇ ਨਾਲ ਸ਼ਾਦੀ ਹੋਈ ਸੀ ਨਾ, ਉਦੋਂ ਹੀ ਕੱਢ ਕੇ ਲਗਿਆ ਸੀ ਜ਼ਬਰਦਸਤੀ। ਹਾਂਜੀ ਠੀਕ ਹੈ। ਫਿਰ 2016 ਦੇ ਵਿੱਚ ਉਹ ਮਹਿਕਮਾ ਪੁਲਿਸ 'ਚ ਚਲਾ ਗਿਆ। ਹਾਂਜੀ। ਅੱਛਾ, ਇਸ ਟਾਈਮ ਤੇ ਸਿਰਫ ਘਰ ਨਹੀਂ ਬਲਕਿ ਤੁਸੀਂ ਉਹਦੇ ਅਫਸਰਾਂ ਨੂੰ ਵੀ ਸ਼ਿਕਾਇਤ ਕਰ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਸਾਨੂੰ ਤੰਗ ਕਰ ਰਿਹਾ ਹੈ। ਕੋਈ ਦਰਖਾਸਤ ਦਿੱਤੀ ਇਸ ਹਵਾਲੇ ਨਾਲ? ਨਹੀਂ, ਉਹ ਕਰਦੇ ਰਹੇ, ਵੱਡੇ ਘਰ ਦੇ ਜਾਂਦੇ ਰਹੇ ਜਨਾਬ। ਉਹ ਕੁੜੀ ਦੀ ਸ਼ਾਦੀ ਕੋ ਵੱਡੇ ਘਰ ਦੇ ਸਾਰੇ ਦੇ ਜਾਂਦੇ ਰਹੇ ਕਿ ਨਾ ਕੀ ਤੰਗ ਕਰਦਾ ਸੀ ਉਹ? ਉਹਦੇ ਘਰ ਦੇ ਕੋਲ ਜਾ ਖੜਾ ਹੋਣਾ ਸ਼ੁਰੂ ਹੋ ਗਿਆ।